ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਡਾਕਟਰ ਸਾਹਿਬ। ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੋਡ ਸ਼ੋਅ ਕੀਤਾ ਉਹਦੇ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਸਰਕਾਰੀ ਬੱਸਾਂ ਦੇ ਨਾਲ ਉੱਥੇ ਜਿਹੜੇ ਵਰਕਰ ਨੇ ਉਹਨਾਂ ਨੂੰ ਲਿਜਾਇਆ ਗਿਆ, ਤੇ ਦੂਜਾ ਇਹ ਕਿ ਹੋਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਕਿ ਹੁਣ ਤੋਂ ਹੀ ਜਿਹੜੇ ਐਮਐਲਏ ਨਵੇਂ ਚੁਣੇ ਗਏ ਨੇ ਉਹ ਕਾਫੀ ਐਕਟਿਵ ਨਜ਼ਰ ਆ ਰਹੇ ਨੇ। ਪਰ ਇਸ ਜਿਹੜੀ ਉਹਨਾਂ ਦੀ ਗਤੀਵਿਧੀ ਜਿਹੜੀ ਉਹਨਾਂ ਨੇ ਤੇਜ਼ ਕੀਤੀ ਆ ਉਹਦੇ ਵਿੱਚ ਕਹਿੰਦੇ ਧਮਕਾਇਆ ਵੀ ਜਾ ਰਿਹਾ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕਿ ਆਮ ਆਦਮੀ ਪਾਰਟੀ ਆਪਣੇ ਸਰਕਾਰ ਦੇ ਪੱਲੇ ਚੋਂ ਮਤਲਬ ਕਿ ਉਧਰ ਬੱਸਾਂ ਵਾਲਿਆਂ ਨੂੰ ਪੈਸੇ ਦੇਣੇ ਜਾਂ ਫਿਰ ਉਹ ਫ੍ਰੀ ਫੰਡ 'ਚ, ਕਈ ਤਾਂ ਕਹਿੰਦੇ ਟੋਲ ਟੈਕਸ ਤੋਂ ਵੀ ਇਸ ਤਰ੍ਹਾਂ ਲੰਘ ਗਈਆਂ ਬੱਸਾਂ, ਫਿਰ ਲੋਕ ਪੁੱਛਦੇ ਨੇ ਕਿ ਫਰਕ ਕੀ ਰਿਹਾ? ਜੀ ਸੁਖਵਿੰਦਰ ਜੀ, ਜਦੋਂ ਕੋਈ ਵੀ ਨਵੀਂ ਪਾਰਟੀ ਬਣਦੀ ਹੈ ਔਰ ਉਸ ਤੋਂ ਬਾਅਦ ਨਵੀਂ ਸਰਕਾਰ ਬਣਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਥੋੜ੍ਹੀਆਂ ਬਹੁਤ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਔਰ ਹੌਲੀ ਹੌਲੀ ਠੀਕ ਹੁੰਦੀਆਂ ਨੇ। ਆਪਾਂ ਸਾਰੇ ਜਾਣਦੇ ਹਾਂ, ਆਪਾਂ ਵੀ ਜਿਵੇਂ ਹੁਣ ਬਚਪਨ ਦੇ ਵਿੱਚੋਂ ਹੌਲੀ ਹੌਲੀ ਸਿੱਖਦੇ 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 ਆਪਾਂ ਇੱਥੇ ਪਹੁੰਚੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਸਾਨੂੰ ਮੌਕਾ ਦੇਣਾ ਚਾਹੀਦਾ ਹੈ, ਸਾਨੂੰ ਹਜੇ ਇੰਤਜ਼ਾਰ ਕਰਨਾ ਚਾਹੀਦਾ। ਹਜੇ ਸਰਕਾਰ ਬਣੀ ਨਹੀਂ ਹੈ, ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਹਜੇ ਮੁੱਖ ਮੰਤਰੀ ਸਾਹਿਬ ਨੇ ਸਹੁੰ ਨਹੀਂ ਚੁੱਕੀ, ਹਜੇ ਮੰਤਰੀਆਂ ਨੇ ਸਹੁੰ ਨਹੀਂ ਚੁੱਕੀ, ਕਿਉਂਕਿ ਜਿੰਨੀ ਦੇਰ ਪੂਰੀ ਤਰ੍ਹਾਂ ਫਾਰਮ ਦੇ ਵਿੱਚ ਨਹੀਂ ਆਉਂਦੀ, ਪੂਰੀ ਤਰ੍ਹਾਂ ਉਹਦੀ ਫਾਰਮੇਸ਼ਨ ਨਹੀਂ ਬਣਦੀ ਸਰਕਾਰ ਦੀ, ਉਨੀ ਦੇਰ ਇਦਾਂ ਦੀਆਂ ਘਟਨਾਵਾਂ ਹੋਣੀਆਂ ਜਿਹੜੀਆਂ ਨੇ ਇੱਕ ਕਹਿ ਸਕਦੇ ਕੁਦਰਤੀ ਨੈਚੁਰਲ ਇਹ ਇੱਕ ਫਨੋਮਨਾ ਹੋ ਸਕਦਾ ਹੈ। ਸੋ ਇਸ ਕਰਕੇ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਔਰ ਸਾਰੇ ਪੰਜਾਬੀਆਂ ਨੂੰ ਕਿ ਹਜੇ ਬਣਨ ਦਿਓ। ਹਜੇ ਸਰਕਾਰ ਜਿਹੜੀ ਹੈਗੀ ਹੈ ਸਹੁੰ ਚੁੱਕਣ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ, ਉਹਦੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਸ ਤੋਂ ਬਾਅਦ ਡਿਊਟੀਆਂ ਲੱਗਣਗੀਆਂ। ਹਜੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਿਹਦੀ ਡਿਊਟੀ ਕੀ ਲੱਗਣੀ ਆ, ਕਿਹੜਾ ਮੰਤਰੀ ਹੋਏਗਾ, ਕਿਹੜਾ ਸੰਤਰੀ ਹੋਏਗਾ, ਕਿਹੜਾ ਬੰਦਾ ਜਿਹੜਾ ਹੈਗਾ ਚੇਅਰਮੈਨ ਬਣੇਗਾ, ਕੀ ਹੋਏਗਾ ਫਾਰਮੇਸ਼ਨ। ਸੋ ਕਹਿਣ ਦਾ ਮਤਲਬ ਹੈ ਹਜੇ ਬਹੁਤ ਕੁਝ ਜਿਹੜਾ ਹੋਣਾ ਬਾਕੀ ਹੈ। ਸੋ ਇੰਤਜ਼ਾਰ ਚਾਹੀਦਾ। ਇਹ ਗੱਲ ਹੈ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਐਮਐਲਏ ਨੇ ਜਾਂ ਪੰਜਾਬ ਦੇ ਜਿੰਨੇ ਵੀ ਨੇ ਇਹਨਾਂ ਦੇ ਆਗੂ ਨੇ ਉਹਨਾਂ ਨੂੰ ਇਸ ਬਾਰੇ ਦੱਸਣ ਕਿ ਹਾਲੇ ਸਰਕਾਰ ਫੋਰਮ ਦੇ ਵਿੱਚ ਨਹੀਂ ਆਈ, ਇਸ ਕਰਕੇ ਜੇ ਇਹੋ ਜਿਹੀ ਐਕਟੀਵਿਟੀ ਕਰੋਗੇ ਤਾਂ ਲੋਕਾਂ ਦੇ ਵਿੱਚ ਗਲਤ ਸੁਨੇਹਾ ਵੀ ਜਾਂਦਾ। ਸੁਖਵਿੰਦਰ ਜੀ, ਪਿਛਲੇ ਦਿਨਾਂ ਦੇ ਵਿੱਚ ਦੋ ਭਾਸ਼ਣ ਸਾਹਮਣੇ ਆਏ ਨੇ ਮੁੱਖ ਮੰਤਰੀ ਜਿਹੜੇ ਬਣਨ ਵਾਲੇ ਨੇ ਭਗਵੰਤ ਮਾਨ ਜੀ ਦੇ। ਇੱਕ ਤਾਂ ਉਹਨਾਂ ਨੇ ਸਾਰੇ ਐਮਐਲਏ ਸਾਹਿਬਾਨ ਨੂੰ ਸੰਬੋਧਨ ਕੀਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ, ਇੱਕ ਉਹਨਾਂ ਦੀ ਪਹਿਲੀ ਸਪੀਚ ਜਿਹੜੀ ਸੀਗੀ ਜਾਂ ਹੋਰ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਉਹ ਸਾਹਮਣੇ ਆਈਆਂ ਸੀਗੀਆਂ ਸਰਕਾਰ ਬਣਨ ਤੋਂ ਬਾਅਦ। ਉਹਨਾਂ ਦੇ ਵਿੱਚ ਕੀ ਹੈ, ਉਹਨਾਂ ਦੇ ਵਿੱਚ ਉਹੀ ਇਹੀ ਕਹਿਣਾ ਚਾਹੁੰਦੇ ਨੇ ਕਿ ਭਾਈ ਨਾ ਤਾਂ ਕੋਈ ਪਰਚਿਆਂ ਦੀ ਰਾਜਨੀਤੀ ਹੋਏਗੀ, ਨਾ ਅਸੀਂ ਕਿਸੇ ਨੂੰ ਨਜਾਇਜ਼ ਤੰਗ ਕਰਾਂਗੇ, ਨਾ ਹੀ ਅਸੀਂ ਕਿਸੇ ਦੇ ਉੱਤੇ ਮਤਲਬ ਕੋਈ ਧੱਕੇਬਾਜ਼ੀ ਜਿਹੜੀ ਹੈਗੀ ਉਹ ਹੋਏਗੀ। ਸਿਰਫ ਤੇ ਸਿਰਫ ਉਹਨਾਂ ਨੇ ਕੀ ਕਿਹਾ ਸੀਗਾ ਕਿ ਤੁਸੀਂ ਭਾਈ ਇੱਥੋਂ ਚੰਡੀਗੜ੍ਹ 'ਚ ਨਹੀਂ ਰਹਿਣਾ, ਤੁਸੀਂ ਇੱਥੋਂ ਪਿੰਡਾਂ 'ਚ ਜਾਣਾ ਹੈ, ਸ਼ਹਿਰਾਂ 'ਚ ਜਾਣਾ, ਕਸਬਿਆਂ 'ਚ ਜਾਣਾ, ਆਪਣੇ ਆਪਣੇ ਇਲਾਕਿਆਂ 'ਚ ਜਾਣਾ, ਉੱਥੇ ਜਾ ਕੇ ਜਿਹੜੀ ਹੈਗੀ ਹੈ ਕੰਮ ਕਰਨੇ ਨੇ ਔਰ ਉੱਥੋਂ ਸਰਕਾਰ ਚੱਲਣੀ ਹੈ। ਇਹਦਾ ਕੀ ਇਸ਼ਾਰਾ ਸੀਗਾ? ਇਹਦਾ ਇਸ਼ਾਰਾ ਇਹੀ ਸੀਗਾ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਕਿਸੇ ਕਿਸਮ ਦਾ ਜਿਹੜਾ ਹੈਗਾ ਹੱਲਾ ਗੁੱਲਾ ਕਰਨ ਦੀ ਬਜਾਏ ਆਪਣਾ ਫੋਕਸ ਜਿਹੜਾ ਹੈਗਾ ਲੋਕਾਂ ਦੇ ਕੰਮਾਂ ਦੇ ਉੱਤੇ ਦਿਓ। ਲੋਕਾਂ ਦੇ ਜੋ ਪਿਛਲੇ ਲੰਬੇ ਸਮੇਂ ਤੋਂ 70-75 ਸਾਲਾਂ ਤੋਂ ਜੋ ਲੋਕ ਉਡੀਕਦੇ ਸੀਗੇ ਕਿ ਭਾਈ ਇਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ, ਸਾਡੀ ਆਪਣੀ ਸਰਕਾਰ ਹੋਣੀ ਚਾਹੀਦੀ ਹੈ, ਸਾਡੇ ਆਪਣੇ ਕੰਮ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਜਾਂ ਕਿਤੇ ਹੋਰ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਿਹੜੇ ਵੀ ਆਪਾਂ ਸਹੂਲਤਾਂ, ਆਪਾਂ ਨੂੰ ਪਤਾ ਹੈ ਕਿ ਕੱਲ ਕੇਜਰੀਵਾਲ ਜੀ ਨੇ ਬਕਾਇਦਾ ਤੌਰ ਤੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੀਆਂ ਵੀ ਗਰੰਟੀਆਂ ਉਹਨਾਂ ਨੇ ਦਿੱਤੀਆਂ ਨੇ ਉਹ ਅਸੀਂ ਪੂਰੀਆਂ ਕਰਨੀਆਂ ਨੇ। ਸੋ ਉਹਨਾਂ ਦੇ ਉੱਤੇ ਫੋਕਸ ਕਰਨ ਲਈ ਕਿਹਾ ਗਿਆ ਹੈ ਸਾਰਿਆਂ ਨੂੰ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਗਰੰਟੀਆਂ ਜਿੰਨੀਆਂ ਦਿੱਤੀਆਂ ਨੇ ਜਾਂ ਹੋਰ ਵੀ ਜਿਹੜੇ ਉਹਨਾਂ ਦੇ ਮੈਨੀਫੈਸਟੋ ਜਾਰੀ ਹੋਏ ਨੇ ਹੁਣ ਤੱਕ ਜਾਂ ਹੋਰ ਗੱਲਾਂ ਉਹਨਾਂ ਨੇ ਕੀਤੀਆਂ ਨੇ, ਉਹ ਸਾਰੇ ਹੀ ਕੰਮਾਂ ਦੇ ਉੱਤੇ ਫੋਕਸ ਕੀਤਾ ਜਾਏਗਾ ਔਰ ਇਹ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਉਹ ਤੁਹਾਨੂੰ ਕੰਮ ਕਰਦੇ ਨਜ਼ਰ ਆਉਣਗੇ। ਔਰ ਕੰਮ ਕਰਨ ਦੀ ਦਾ ਮਤਲਬ ਹੈ ਕਿ ਕਿਸੇ ਕਿਸਮ ਦੀ ਵੀ, ਉਹਨਾਂ ਨੇ ਕੱਲ ਇੱਕ ਜਿਹੜੀ ਖਾਸ ਗੱਲ ਕੇਜਰੀਵਾਲ ਨੇ ਕਹੀ ਹੈ ਕਿ ਜੇਕਰ ਸਾਡਾ ਕੋਈ ਵੀ ਐਮਐਲਏ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਉਸੇ ਤਰ੍ਹਾਂ ਦੀ ਸਜ਼ਾ ਮਿਲੇਗੀ ਜਿਵੇਂ ਬਾਕੀਆਂ ਨੂੰ ਮਿਲਦੀ ਹੈ। ਕਹਿਣ ਦਾ ਮਤਲਬ ਹੈ ਕਿ ਉਹਨੂੰ ਵੀ ਸਜ਼ਾ ਜਿਹੜੀ ਹੈਗੀ ਹੈ ਉਸੇ ਤਰ੍ਹਾਂ ਹੀ ਉਹ ਕਾਨੂੰਨ ਸਾਰਿਆਂ ਲਈ ਬਰਾਬਰ ਹੋਏਗਾ। ਉਹ ਇਹੀ ਕਹਿਣਾ ਚਾਹੁੰਦੇ ਨੇ।
ਸੋ ਕਹਿਣ ਦਾ ਮਤਲਬ ਹੈ ਕਿ ਕੋਈ ਹਜੇ ਘਬਰਾਉਣ ਦੀ ਗੱਲ ਨਹੀਂ ਹੈ। ਹਜੇ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਦਾਂ ਲੱਗਦੀਆਂ ਨੇ ਕਿ ਹਜੇ ਮਤਲਬ ਕੁਝ ਵੀ ਨਹੀਂ ਹੋਇਆ, ਹਜੇ ਸਹੁੰ ਚੁੱਕੀ ਨਹੀਂ ਹੈ। ਪਹਿਲਾਂ ਹੀ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ। ਤੁਸੀਂ ਵੀ ਸਿਆਸਤ ਨੂੰ ਬੜੀ ਨੇੜਿਓਂ ਤੱਕਦੇ ਹੋ, ਤੁਹਾਡਾ ਕੀ ਮੰਨਣਾ ਹੈ ਕਿ ਜੇ ਮਤਲਬ ਕਿ ਪਾਰਦਰਸ਼ਤਾ ਸਰਕਾਰ ਵਿੱਚ ਲਿਆਉਣੀ ਆ ਤਾਂ ਉਹ ਕਿਹੜੇ ਫੈਸਲੇ ਹੋਣਗੇ? ਜਿਵੇਂ ਕਹਿੰਦੇ ਦਿੱਲੀ ਦੇ ਵਿੱਚ ਜਦੋਂ ਆਏ ਉਦੋਂ ਕਹਿੰਦੇ ਸੀ ਕਿ ਵੀਡੀਓ ਬਣਾ ਕੇ ਭੇਜੋ ਜਿਹੜਾ ਰਿਸ਼ਵਤ ਲੈਂਦਾ ਹੈ ਜਾਂ ਜਿਹੜਾ ਤੁਹਾਨੂੰ ਤੰਗ ਕਰਦਾ ਹੈ, ਨਜਾਇਜ਼ ਪਰੇਸ਼ਾਨ ਕਰਦਾ ਹੈ, ਜਿਹੜਾ ਮਾਫੀਆ ਚਲਾਉਂਦਾ। ਤੇ ਪੰਜਾਬ ਦੇ ਵਿੱਚ ਵੀ ਕੁਝ ਇਹੋ ਜਿਹਾ ਕੀ ਉਹਨੂੰ ਸੰਭਾਲ ਪਾਉਣਗੇ? ਪਾਰਦਰਸ਼ਤਾ ਕਿਸ ਤਰੀਕੇ ਨਾਲ ਉਹ ਕੀਤੀ ਜਾਏਗੀ? ਇਹਦੇ ਬਾਰੇ ਕੋਈ ਪਾਰਟੀ ਦੇ ਅੰਦਰ ਦੀ ਕੋਈ ਅੰਦਰੋਂ ਖਬਰਾਂ ਸਾਹਮਣੇ ਆਉਂਦੀਆਂ ਹੋਣਗੇ? ਕਿਵੇਂ ਚਰਚਾ ਚੱਲ ਰਹੀ ਹੈ? ਕਿਉਂਕਿ ਸ਼ਾਇਦ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ 17 ਮਾਰਚ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦ ਲੈਣਾ ਤੇ ਅੱਗੋਂ ਰਾਜ ਸਭਾ ਦੀ ਇਲੈਕਸ਼ਨ ਵੀ ਆ ਰਹੀ ਹੈ। ਲੋਕ ਸਭਾ ਦੀ ਸੀਟ ਭਗਵੰਤ ਮਾਨ ਹੋਰਾਂ ਨੇ ਆਪਣਾ ਅਸਤੀਫਾ ਉੱਥੋਂ ਅੱਜ ਦੇਣ ਜਾ ਰਹੇ ਨੇ। ਇਹ ਸਾਰਾ ਕੁਝ ਸਾਹਮਣੇ ਚੁਣੌਤੀਆਂ ਤਾਂ ਬੜੀਆਂ ਵੱਡੀਆਂ ਨੇ। ਸੁਖਵਿੰਦਰ ਜੀ ਦੇਖੋ, ਪੰਜਾਬ ਦੇ ਵਿੱਚ ਚੁਣੌਤੀਆਂ ਤਾਂ ਕੁਝ ਵੀ ਨਹੀਂ ਹੈਗੀਆਂ ਜਿੰਨੀਆਂ ਚੁਣੌਤੀਆਂ ਦਿੱਲੀ ਦੇ ਵਿੱਚ ਸੀਗੀਆਂ ਕਿਸੇ ਵੇਲੇ। ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਤੋਂ 7 ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਦਿੱਲੀ ਦੇ ਵਿੱਚ ਸਰਕਾਰ ਬਣਦੀ ਹੈ, ਉਸ ਵੇਲੇ ਇੰਨੀਆਂ ਚੁਣੌਤੀਆਂ ਸੀ ਕਿ ਆਪਾਂ ਸੋਚ ਵੀ ਨਹੀਂ ਸਕਦੇ। ਕਿਉਂਕਿ ਉਹਦਾ ਵੱਡਾ ਕਾਰਨ ਇਹ ਸੀ ਕਿ ਦਿੱਲੀ ਵਿੱਚ ਸਰਕਾਰ ਤਾਂ ਬਣਦੀ ਹੈ ਪਰ ਉੱਥੇ ਐਮਸੀਡੀ ਵੱਖਰੀ ਹੈ। ਉੱਥੇ ਜਿਹੜਾ ਉੱਪਰਲੀ ਜਿਹੜੀ ਸੱਤਾ ਹੈ, ਜਿਹੜੇ ਉਪ ਰਾਜਪਾਲ ਨੇ, ਉਹਨਾਂ ਦੀ ਆਪਣੀ ਸੱਤਾ ਹੈ, ਕੇਂਦਰ ਦੀ ਆਪਣੀ ਸੱਤਾ ਹੈ। ਉੱਥੇ ਤਾਂ ਤੁਸੀਂ ਕੰਮ ਕਰ ਹੀ ਨਹੀਂ ਸਕਦੇ। ਉੱਥੇ ਲੋਕਪਾਲ ਬਾਰੇ ਅਕਸਰ ਕਿਹਾ ਜਾਂਦਾ ਸੀਗਾ ਕਿ ਦਿੱਲੀ ਦੇ ਵਿੱਚ ਲੋਕਪਾਲ ਕਿਉਂ ਨਹੀਂ ਬਣਦਾ। ਉਹ ਇਸ ਲਈ ਨਹੀਂ ਸੀ ਬਣਿਆ ਕਿਉਂਕਿ ਉਹਨਾਂ ਨੇ ਬਣਨ ਨਹੀਂ ਦਿੱਤਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਨਾ ਦਿੱਲੀ ਦੇ ਵਿੱਚ ਪੁਲਿਸ ਆਪਣੀ ਸੀ, ਨਾ ਦਿੱਲੀ ਦੇ ਵਿੱਚ ਸਰਕਾਰੀ ਜਿਹੜੇ ਆਈਐਸ ਆਫੀਸਰ ਨੇ ਉਹਨਾਂ ਦੇ ਉੱਤੇ ਕੰਟਰੋਲ ਸੀਗਾ। ਸੋ ਇਹਦੇ ਬਾਵਜੂਦ ਜੇਕਰ ਦਿੱਲੀ ਦੇ ਵਿੱਚ ਇੰਨਾ ਕੰਮ ਕੀਤਾ ਹੈ ਐਜੂਕੇਸ਼ਨ ਦੇ ਵਿੱਚ, ਹੈਲਥ ਦੇ ਵਿੱਚ ਜਾਂ ਹੋਰ ਬਿਜਲੀ ਪਾਣੀ ਬੁਨਿਆਦੀ ਸਹੂਲਤਾਂ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਕਰਨਾ ਕੰਮ ਜਿਹੜਾ ਹੈਗਾ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਬਹੁਤੀਆਂ ਚੁਣੌਤੀਆਂ ਇੱਥੇ ਉਸ ਕਿਸਮ ਦੀਆਂ ਨਹੀਂ ਹੈਗੀਆਂ। ਇੱਥੇ ਤਾਂ ਨੀਤ ਔਰ ਨੀਤੀ ਚਾਹੀਦੀ ਹੈ। ਜੇਕਰ ਕੋਈ ਵੀ ਸਰਕਾਰ, ਮੈਂ ਇਹ ਨਹੀਂ ਕਹਿੰਦਾ ਇੱਕ ਸਰਕਾਰ, ਕੋਈ ਵੀ ਸਰਕਾਰ ਜੇ 75 ਸਾਲਾਂ ਦੀ ਰਾਜਨੀਤੀ ਦੇ ਵਿੱਚ ਜਿਹਦੀ ਨੀਤ ਔਰ ਨੀਤੀ ਸਾਫ਼ ਹੁੰਦੀ ਤਾਂ ਇਹ ਵੱਡੇ ਕੰਮ ਕੀਤੇ ਜਾ ਸਕਦੇ ਸੀਗੇ। ਤਾਂ ਵੱਡੇ ਤੋਂ ਲੈ ਕੇ ਹੋਰ ਵੀ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਵੀ ਕੀਤੇ ਜਾ ਸਕਦੇ ਸੀਗੇ। ਪਰ ਆਪਾਂ ਸਾਰੇ ਦੇਖਿਆ ਕਿ ਨੀਤ ਔਰ ਨੀਤੀ ਸਾਫ਼ ਨਹੀਂ ਸੀਗੀ। ਪਰ ਹੁਣ ਜਿਵੇਂ ਕੱਲ ਕੇਜਰੀਵਾਲ ਜੀ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਸਾਨੂੰ ਭਗਵੰਤ ਮਾਨ ਦੇ ਰੂਪ ਚ ਮਿਲਿਆ, ਤਾਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਉਹਨਾਂ ਦੀ ਇਮਾਨਦਾਰੀ ਔਰ ਉਹਨਾਂ ਦੀ ਜਿਹੜੀ ਛਵੀ ਹੈ, ਕੰਮ ਕਰਨ ਦਾ ਜੋ ਤਰੀਕਾ ਹੈ, ਜੋ ਉਹਨਾਂ ਦੀਆਂ, ਮੈਂ ਫੇਰ ਕਹਾਂਗਾ ਕਿ ਜੋ ਉਹਨਾਂ ਦੀਆਂ ਇੰਟਰਵਿਊ ਸਾਹਮਣੇ ਆ ਰਹੀਆਂ ਨੇ, ਜੋ ਉਹਨਾਂ ਦੇ ਭਾਸ਼ਣ ਸਾਹਮਣੇ ਆ ਰਹੇ ਨੇ, ਉਹਦੇ ਰਾਹੀਂ ਤੁਸੀਂ ਗੈਸ ਕਰ ਸਕਦੇ ਹੋ ਕਿ ਇੱਕ ਇਮਾਨਦਾਰ ਛਵੀ ਵਾਲੀ ਸਰਕਾਰ ਚਾਹੁੰਦੇ ਨੇ ਭਗਵੰਤ ਮਾਨ। ਇੱਕ ਜਿਹੜੀ ਹੈਗੀ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਵਾਰੀ ਇਹ ਹੋਏਗਾ ਕਿ ਮੈਨੀਫੈਸਟੋ ਦੇ ਉੱਤੇ ਫੋਕਸ ਕੀਤਾ ਜਾਏਗਾ, ਉਹਨਾਂ ਦੀਆਂ ਗਰੰਟੀਆਂ ਦੇ ਉੱਤੇ ਫੋਕਸ ਕੀਤਾ ਜਾਏਗਾ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਦੇ ਉੱਤੇ ਫੋਕਸ ਕੀਤਾ ਜਾਏਗਾ, ਹੈਲਥ ਦੇ ਉੱਤੇ ਫੋਕਸ ਕੀਤਾ ਜਾਏਗਾ, ਐਜੂਕੇਸ਼ਨ ਦੇ ਉੱਤੇ ਫੋਕਸ ਕੀਤਾ ਜਾਏਗਾ। ਔਰ ਇੱਥੇ ਥੋੜਾ ਟੋਕਦਾ, ਤੁਸੀਂ ਕਹਿੰਦੇ ਹੋ ਕਿ ਮੈਨੀਫੈਸਟੋ ਤੇ ਕੰਮ ਕੀਤਾ ਜਾਏਗਾ। ਆਮ ਆਦਮੀ ਪਾਰਟੀ ਨੇ ਕੋਈ ਮੈਨੀਫੈਸਟੋ ਤਾਂ ਦਿੱਤਾ ਨਹੀਂ, ਉਹ ਗਰੰਟੀਆਂ ਦੇ ਉੱਤੇ ਆਏ। ਕੀ ਕੋਈ ਹੁਣ ਮੈਨੀਫੈਸਟੋ ਤਿਆਰ ਸੀ ਜਾਂ ਪੇਸ਼ ਹੋਣ 'ਚ ਦਿੱਕਤ ਰਹੀ, ਜਾਂ ਫਿਰ ਉਹ ਹੁਣ ਮੈਨੀਫੈਸਟੋ ਦੱਸਣਗੇ ਕਿ ਅਸੀਂ ਆਹ ਕੁਝ ਗਰੰਟੀਆਂ ਤੋਂ ਇਲਾਵਾ? ਨਹੀਂ ਸੁਖਵਿੰਦਰ ਜੀ, ਮੈਨੀਫੈਸਟੋ ਆਲਰੇਡੀ ਪਿਛਲੇ 17 ਦੇ ਆ। ਮੈਨੀਫੈਸਟੋ ਸਾਡੇ ਕੋਲੇ 4 ਮੈਨੀਫੈਸਟੋ ਨੇ, ਇੱਕ ਮੈਨੀਫੈਸਟੋ ਨਹੀਂ ਹੈ ਆਮ ਆਦਮੀ ਪਾਰਟੀ ਕੋਲੇ ਜਿਹੜੀ ਮੈਂ ਗੱਲ ਕਰ ਰਿਹਾ। ਇਸ ਵਾਰੀ ਤਾਂ ਗਰੰਟੀਆਂ ਨੇ ਸਿਰਫ ਉਹਦੇ ਚੋਂ। ਪਰ ਜਿਹੜਾ ਅਖੀਰ ਨੂੰ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ, ਔਰ ਤੁਹਾਨੂੰ ਯਾਦ ਹੋਏਗਾ 17 ਦੇ ਵਿੱਚ ਉਸ ਮੈਨੀਫੈਸਟੋ ਦੇ ਉੱਤੇ ਬੜਾ ਰੌਲਾ ਗੌਲਾ ਵੀ ਪੈ ਗਿਆ ਸੀਗਾ ਇੱਕ ਵਾਰੀ ਤਾਂ। ਪਰ ਉਹ 4 ਮੈਨੀਫੈਸਟੋ ਤਿਆਰ ਕੀਤੇ ਗਏ ਨੇ। ਐਜੂਕੇਸ਼ਨ ਵਾਲਾ ਵੱਖਰਾ ਮੈਨੀਫੈਸਟੋ ਹੈ, ਨੌਜਵਾਨਾਂ ਲਈ ਵੱਖਰਾ, ਕਿਸਾਨਾਂ ਲਈ ਵੱਖਰਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵੱਖਰੇ ਵੱਖਰੇ ਡਾਕੂਮੈਂਟਸ ਨੇ। ਉਹ ਬਕਾਇਦਾ ਤੁਹਾਨੂੰ ਯਾਦ ਹੋਏਗਾ ਕਿ ਕਿਸੇ ਵੇਲੇ ਕੰਵਰ ਸੰਧੂ ਹੋਰਾਂ ਨੂੰ ਦੀ ਡਿਊਟੀ ਲਗਾਈ ਗਈ ਸੀਗੀ ਕਿ ਉਹ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾਣ ਔਰ ਲੋਕਾਂ ਤੋਂ ਪੁੱਛ ਕੇ ਮੈਨੀਫੈਸਟੋ ਤਿਆਰ ਕਰਨ। ਸੋ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਸੀ ਬਕਾਇਦਾ ਤੌਰ ਤੇ। ਬਹੁਤ ਉਹਦੇ ਉੱਤੇ ਬਹੁਤ ਮਿਹਨਤ, ਲਗਭਗ 1.5-2 ਸਾਲਾਂ ਦੀ ਮਿਹਨਤ ਦੇ ਨਾਲ ਤਿਆਰ ਕੀਤਾ ਡਾਕੂਮੈਂਟ ਹੈ ਉਹ। ਸੋ ਉਸ ਨੂੰ ਵੀ ਲਾਗੂ ਕਰਨਾ ਹੋਏਗਾ। ਹੁਣ ਤਾਂ ਇਹ ਤਾਂ ਗਰੰਟੀਆਂ ਨੇ, ਗਰੰਟੀਆਂ ਤਾਂ ਹੈਗੀਆਂ ਨੇ, ਗਰੰਟੀਆਂ ਤੋਂ ਤਾਂ ਆਪਾਂ ਮੁਨਕਰ ਹੋ ਹੀ ਨਹੀਂ ਸਕਦੇ। ਪਰ ਉਹਦੇ ਲਈ ਇੱਕ ਜਿਹੜਾ ਬਲੂ ਪ੍ਰਿੰਟ ਤਿਆਰ ਕਰਨਾ ਹੈ ਸਾਰਾ ਹੈ, ਉਹ ਸਾਰਾ ਤਿਆਰ ਹੋ ਚੁੱਕਿਆ ਹੈ। ਉਹ ਇਹ ਨਹੀਂ ਕਿ ਹੁਣੀ ਤਿਆਰ ਹੋਇਆ, ਉਹ 17 ਤੋਂ ਚੱਲਿਆ ਆ ਰਿਹਾ। ਲਗਾਤਾਰ ਉਹਦੇ ਉੱਤੇ ਮਿਹਨਤ ਕੀਤੀ ਜਾ ਰਹੀ ਹੈ, ਉਹਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਜੀ
ਉਸ ਮੈਨੀਫੈਸਟੋ ਦੇ ਉੱਤੇ ਜਿਹੜਾ ਤਿਆਰ ਹੋ ਚੁੱਕਿਆ, ਜਿਹੜਾ ਆਪਾਂ ਪਿਛਲੇ ਵਾਰੀ ਜਿਹੜਾ ਹੈਗਾ ਉਹਨੂੰ ਰਿਲੀਜ਼ ਕੀਤਾ ਸੀਗਾ, ਉਸੇ ਨੂੰ ਹੀ ਹੁਣ ਜਿਹੜਾ ਹੈਗਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਲਈ ਸਾਨੂੰ ਥੋੜਾ ਜਿਹਾ ਇੰਤਜ਼ਾਰ ਜ਼ਰੂਰ ਕਰਨਾ ਚਾਹੀਦਾ ਹੈ ਸੁਖਿੰਦਰ ਜੀ। ਬਿਲਕੁਲ ਬਿਲकुल ਤੁਸੀਂ ਆਪਣੇ ਹਰ ਜਵਾਬ ਵਿੱਚ ਇੰਤਜ਼ਾਰ ਦੀ ਗੱਲ ਕਰਦੇ ਹੋ ਡਾਕਟਰ ਸਾਹਿਬ, ਪਰ ਲੋਕ ਇੰਤਜ਼ਾਰ ਨਹੀਂ ਕਰ ਰਹੇ। ਲੋਕਾਂ ਦੇ ਵਿੱਚ ਇਹ ਆ ਕਿ ਬਸ ਹੁਣ ਅਸੀਂ ਸਰਕਾਰ ਬਣਾਤੀ, ਲੋਕਾਂ ਨੂੰ ਤਾਂ ਇਦਾਂ ਲੱਗਦਾ ਕਿ ਹੁਣ ਥਾਣਿਆਂ 'ਚ ਅਸੀਂ ਆਰਾਮ ਨਾਲ ਜਾਵਾਂਗੇ, ਨਾ ਕੋਈ ਸਾਡੇ ਤੋਂ ਰਿਸ਼ਵਤ ਮੰਗੇਗਾ, ਸਾਡੇ ਜਿਹੜੇ ਮੁੱਦੇ ਨੇ, ਜਿਹੜੇ ਸਾਡੇ ਮਸਲੇ ਨੇ, ਉੱਥੇ ਜਿਹੜੇ ਸਾਡੇ ਕੇਸ ਨੇ, ਕੋਈ ਨਜਾਇਜ਼ ਪਿਆ ਉਹਨਾਂ ਦਾ ਹੱਲ ਹੋਏਗਾ, ਜੇ ਕੋਈ ਜਾਇਜ਼ ਵੀ ਹੈ ਤੇ ਉਹ ਤਾਂ ਕਾਨੂੰਨ ਦੇ ਜ਼ਰੀਏ ਸਾਰਾ ਕੁਝ ਹੋ ਜਾਣਾ। ਪਰ ਜਿੱਥੋਂ ਤੱਕ ਗੱਲ ਹੈ ਕਿ ਸਾਰਿਆਂ ਦਾ ਸਾਥ ਲੈ ਕੇ ਚੱਲਣ ਦੀ, ਨਵਜੋਤ ਸਿੰਘ ਸਿੱਧੂ ਨੇ ਇੱਕ ਪੰਜਾਬ ਦਾ ਏਜੰਡਾ ਉਭਾਰਿਆ ਸੀਗਾ, ਉਹਨੇ ਉਹ ਲਿਆ ਕੇ ਸਾਹਮਣੇ ਰੱਖਿਆ, ਮੰਨਿਆ ਕਿ ਉਹਦੀ ਹਾਈ ਕਮਾਨ ਨੂੰ ਉਹ ਸ਼ਾਇਦ ਕਬੂਲ ਨਹੀਂ ਹੋਇਆ, ਪਰ ਕੀ ਆਮ ਆਦਮੀ ਪਾਰਟੀ ਉਸ ਏਜੰਡੇ ਨੂੰ ਵੀ ਆਪਣੇ ਮੈਨੀਫੈਸਟੋ ਵਿੱਚ ਨਾਲ ਰੱਖ ਕੇ ਚੱਲੇਗੀ ਕਿ ਇਹ ਪੰਜਾਬ ਵਿੱਚ ਹੋਣਾ ਚਾਹੀਦਾ? ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ, ਕੋਈ ਬਾਹਰਲੀ ਗੱਲ ਨਹੀਂ, ਸਭ ਇਹੋ ਜਿਹੀਆਂ ਨੇ ਜਿਹੜੀਆਂ ਖਜ਼ਾਨੇ ਨੂੰ ਭਰਦੀਆਂ ਵੀ ਨੇ, ਕਾਰਪੋਰੇਸ਼ਨ ਬਣਾਉਣੀ ਸ਼ਰਾਬ ਦੀ ਜਾਂ ਰੇਤ ਮਾਫੀਆ ਨੂੰ ਕੰਟਰੋਲ, ਇਹ ਸਾਰਾ ਕੁਝ। जी सुखविंदर जी, चाहे भगवंत मान जी होन चाहे केजरीवाल जी होन, उन्होंने हमेशा ही इस एजेंडे की जिहड़ी हैगी प्रशंसा की है, तुहानूं याद होएगा। और केजरीवाल जी लगातार ये कहते रहे ने कि जो सिद्धू साहब सवाल उठाते हैं वो बिल्कुल ठीक सवाल उठाते रहे ने। सो इस करके आपां तां पहलां भी ये गल आम आदमी पार्टी कहती रही है कि जिहड़ा भी पंजाब हितैषी है, जिहड़ा भी पंजाब दे भले दी सोचना चाहुंदा है, ਉਹ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ, ਉਹ ਸਾਡੇ ਵਿੱਚ ਰਲ ਸਕਦਾ ਹੈ। ਸੋ ਇਸ ਕਰਕੇ ਲਗਾਤਾਰ ਉਹ ਗੱਲਾਂ ਜਿਹੜੀਆਂ ਨੇ ਹੁੰਦੀਆਂ ਰਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਣਗੀਆਂ। ਸੋ ਉਹ ਜੋ ਏਜੰਡਾ ਚਾਹੇ ਨਵਜੋਤ ਸਿੰਘ ਸਿੱਧੂ ਜੀ ਲੈ ਕੇ ਆਏ ਹੋਣ, ਚਾਹੇ ਇਸ ਤੋਂ ਪਹਿਲਾਂ ਕੰਵਰ ਸੰਧੂ ਸਾਹਿਬ ਨੇ ਬਣਾਇਆ ਹੋਵੇ ਉਹ ਸਾਰਾ ਮੈਨੀਫੈਸਟੋ, ਉਹਦੇ ਉੱਤੇ ਵਰਕ ਹੋਏਗਾ ਹੀ ਹੋਏਗਾ ਔਰ ਹੋ ਵੀ ਰਿਹਾ। ਔਰ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ, ਉਹਦੇ ਲਈ ਕੋਈ ਵੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਨੇ, ਉਹਨਾਂ ਉਮੀਦਾਂ ਦੇ ਉੱਤੇ ਬਿਲਕੁਲ ਖਰਾ ਉਤਰਿਆ ਜਾਏਗਾ। ਔਰ ਥਾਣਿਆਂ ਦੇ ਵਿੱਚ ਕੋਈ ਨਜਾਇਜ਼ ਤੰਗ ਜਿਹੜਾ ਹੈਗਾ ਕਿਸੇ ਨੂੰ ਨਹੀਂ ਕੀਤਾ ਜਾਏਗਾ, ਕਚਹਿਰੀਆਂ ਦੇ ਵਿੱਚ ਕੋਈ ਰਿਸ਼ਵਤਖੋਰੀ ਨਹੀਂ ਹੋਏਗੀ। ਸੋ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਜੀ। ਜਦੋਂ ਜਦੋਂ ਗੱਲ ਸੁਧਾਰ ਦੀ ਆਉਂਦੀ ਹੈ, ਸੁਧਾਰ ਤਾਂ ਸਾਰੇ ਪਾਸੇ ਮੰਗਦਾ, ਪੰਜਾਬ ਹਰ ਖੂੰਜੇ ਦੇ ਵਿੱਚ ਗੰਦ ਖਿਲ ਰਿਹਾ ਹੋਇਆ, ਪਰ ਕੀ ਇਹ ਸਾਰਾ ਸੁਧਾਰ ਜਿਹੜਾ ਉਹ ਆਮ ਆਦਮੀ ਪਾਰਟੀ ਕਿਸੇ ਦਬਕੇ ਨਾਲ ਇਹ ਜ਼ਰੂਰੀ ਹੋ ਜਾਂਦਾ ਕਿ ਅਫਸਰ ਸ਼ਾਹ ਨੂੰ ਦਬਕਾ ਮਾਰਿਆ ਜਾਏ ਜਾਂ ਫਿਰ ਮੁਲਾਜ਼ਮਾਂ ਨੂੰ ਦਬਕਾ? ਉਹਨਾਂ ਦਾ ਹੱਲ ਜਿਹੜਾ ਆ ਕੋਈ ਹੋਰ ਵੀ ਤਰੀਕਾ, ਮਤਲਬ ਕਿ ਸਰਕਾਰ ਦੇ ਨਾਲ ਸਹਿਮਤ ਹੋ ਕੇ ਕਿਸੇ ਢੰਗ ਦੇ ਨਾਲ ਕੰਮ, ਜਿਵੇਂ ਦਿੱਲੀ ਤੋਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਮੈਂ ਹੁਣ ਤੱਕ ਕੋਈ ਇਹੋ ਜਿਹੀ ਖਬਰ ਦੇਖੀ ਨਹੀਂ ਕਿ ਉੱਥੇ ਇਸ ਤਰੀਕੇ ਨਾਲ ਕੋਈ ਦਬਕਾ ਮਾਰਿਆ ਗਿਆ ਹੋਵੇ। ਇਹ ਜ਼ਰੂਰ ਹੈ ਕਿ ਵੀਡੀਓਜ਼ ਆਉਂਦੀਆਂ, ਜਿਵੇਂ ਸਿਸੋਦੀਆ ਸਾਹਿਬ ਕਿਸੇ ਸਕੂਲ ਵਿੱਚ ਚਲੇ ਗਏ, ਉੱਥੇ ਜਾ ਕੇ ਅਫਸਰਾਂ ਤੋਂ ਰਿਪੋਰਟ ਮੰਗ ਲਈ, ਤਰੀਕਾ ਉਸ ਤਰੀਕੇ ਨਾਲ। ਕੀ ਉਹੀ ਸਿਆਸਤ ਪੰਜਾਬ ਦੇ ਵਿੱਚ ਇਨ ਬਿਨ ਲਾਗੂ ਹੋਏਗੀ ਕਿ ਕੁਝ ਥੋੜਾ ਜਿਹਾ ਵੱਖਰਾ ਹੋਏਗਾ? ਬਿਲਕੁਲ, ਦੇਖੋ ਉਹੀ ਹੋਏਗਾ, ਤਰੀਕਾ ਉਹੀ ਰੱਖਿਆ ਜਾਏਗਾ ਜੋ ਦਿੱਲੀ ਦੇ ਵਿੱਚ ਕੀਤਾ। ਪਹਿਲਾਂ ਕਿਸੇ ਵੀ ਜੋ ਵੀ ਗਲਤ ਕਰਦਾ ਹੈ ਉਹਨੂੰ ਚੇਤਾਵਨੀ ਦੇਣੀ ਬਣਦੀ ਹੈ, ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਸਖਤ ਹੋਣਾ ਬਣਦਾ ਹੈ, ਫਿਰ ਤੀਜੇ ਚੌਥੇ ਨੰਬਰ ਤੇ ਜਾ ਕੇ ਹੈ ਕਿ ਕੋਈ ਸਖਤ ਐਕਸ਼ਨ ਜਿਹੜਾ ਹੈਗਾ ਉਹ ਲੈਣਾ ਬਣਦਾ ਹੈ। ਸੋ ਇਸ ਕਰਕੇ ਇਹਨੂੰ ਸਲੋਲੀ ਜਿਹੜਾ ਹੈਗਾ ਪ੍ਰੋਸੈਸ ਦੇ ਰਾਹੀਂ, ਤਾਂ ਕਿ ਦੂਜੇ ਨੂੰ ਵੀ ਸਮਝਣ ਦਾ ਮੌਕਾ ਮਿਲੇ। ਕੋਈ ਜਿਹੜਾ ਹੈਗਾ ਪਹਿਲੀ ਗਲਤੀ ਕਰਕੇ ਆਪਾਂ ਕਹਿ ਦਈਏ ਪਹਿਲੇ ਵਾਰੀ ਉਹਨੂੰ ਸਜ਼ਾ ਦੇ ਦਿਓ, ਇਦਾਂ ਦਾ ਨਹੀਂ ਹੈ। ਪਹਿਲਾਂ ਉਹਨੂੰ ਜ਼ਰੂਰ ਚੇਤਾਵਨੀ ਦਿੱਤੀ ਜਾਏਗੀ ਔਰ ਫਿਰ ਉਹਨਾਂ ਨੂੰ ਕੌਨਸ਼ੀਅਸ ਕੀਤਾ ਜਾਏਗਾ, ਉਸ ਤੋਂ ਬਾਅਦ ਕਿਤੇ ਜਾ ਕੇ ਐਕਸ਼ਨ ਹੋਣਾ ਚਾਹੀਦਾ ਹੈ। ਸੋ ਜਿਵੇਂ ਦਿੱਲੀ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਸਿਸੋਦੀਆ ਜੀ ਆਪ ਜਾਂਦੇ ਸੀਗੇ, ਚੈਕਿੰਗ ਕਰਦੇ ਸੀਗੇ ਔਰ ਪਹਿਲਾਂ ਚੇਤਾਵਨੀ ਦਿੰਦੇ ਸੀਗੇ, ਫਿਰ ਉਹਦੇ ਉੱਤੇ ਬਾਅਦ ਦੇ ਵਿੱਚ ਐਕਸ਼ਨ ਹੁੰਦਾ ਸੀਗਾ। ਸੋ ਇਹੀ ਗੱਲ ਜਿਹੜੀ ਹੈਗੀ ਹੈ, ਉਹੀ ਰਾਜਨੀਤੀ ਦਾ ਮਾਡਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਲਾਗੂ ਹੋਏਗਾ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਇੱਕੋ ਦਮ ਇਹ ਕਹਿ ਦਈਏ ਵੀ ਲੋਕਾਂ ਨੂੰ ਟੰਗ ਦਿਆਂਗੇ, ਇਹ ਕਰ ਦਿਆਂਗੇ, ਉਹ ਕਰਦੇ, ਇਦਾਂ ਦੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਸੁਖਿੰਦਰ ਜੀ। ਜੀ 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 ਜੀ। ਅੱਛਾ, ਇੱਕ ਹੋਰ ਗੱਲ ਹੈ ਪ੍ਰੋਫੈਸਰ ਸਾਹਿਬ, ਹੁਣ ਦੂਜੀਆਂ ਸਿਆਸੀ ਧਿਰਾਂ ਲਾਈਏ, ਕਾਂਗਰਸ ਦੇ ਵਿੱਚ ਕਾਫੀ ਖਲਬਲੀ ਮਚੀ ਹੋਈ ਆ, ਨਾਲੇ ਤੇ ਪੰਜਾਬ ਦੇ ਵਿੱਚ, ਨਾਲੇ ਜਿਹੜੀ ਇਹਨਾਂ ਦੀ ਕੌਮੀ ਲੀਡਰਸ਼ਿਪ ਹੈ। ਸੋਨੀਆ ਗਾਂਧੀ ਹੋਰਾਂ ਨੇ ਇੱਕ CWC ਦੀ ਮੀਟਿੰਗ ਸੱਦੀ ਸੀ, ਉੱਥੇ ਕਹਿੰਦੇ ਉਹਨਾਂ ਨੂੰ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮਤਲਬ ਕਿ ਬਣਾਇਆ ਜਾਵੇ, ਉਹੀ ਮੋਦੀ ਸਾਹਿਬ ਨਾਲ ਟੱਕਰ ਲੈ ਸਕਦੇ ਨੇ। ਪਰ ਹਾਲੇ ਫਿਲਹਾਲ ਦੀ ਘੜੀ ਸੋਨੀਆ ਗਾਂਧੀ ਹੈ, ਫਿਰ ਉਹ ਕਹਿੰਦੇ ਚੋਣਾਂ ਕਰਾਉਣੀਆਂ, ਜਥੇਬੰਦਕ ਢਾਂਚਾ ਤਿਆਰ ਕਰਨਾ, ਫਿਰ ਉਹ ਤੈਅ ਕਰੂਗਾ ਕਿ ਪ੍ਰਧਾਨ ਕੌਣ ਹੋਣਾ ਚਾਹੀਦਾ। ਤੁਹਾਡਾ ਕੀ ਮੰਨਣਾ ਹੈ ਕਿ ਕਾਂਗਰਸ ਕੀ ਕਿਸੇ ਬਾਰੀ ਦੇ ਆਉਣ ਦੇ ਨਾਲ ਸੁਰਜੀਤ ਹੋ ਸਕਦੀ ਹੈ ਜਾਂ ਫਿਰ ਕਾਂਗਰਸ ਦਾ ਹੁਣ ਦੌਰ ਖਤਮ ਹੋ ਗਿਆ? ਸੁਖਵਿੰਦਰ ਜੀ, ਕਾਂਗਰਸ ਹੋਈ ਜਾਂ ਅਕਾਲੀ ਦਲ ਬਾਦਲ ਸਾਹਿਬ ਹੋਏ, ਇਹਨਾਂ ਦੀ ਵੱਡੀ ਸਮੱਸਿਆ ਕੀ ਹੈ? ਉਹ ਵੱਡੀ ਸਮੱਸਿਆ ਹੈ ਪਰਿਵਾਰਵਾਦ। ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ,
ਤੁਸੀਂ ਮੋਤੀ ਲਾਲ ਨਹਿਰੂ ਜੀ ਤੋਂ ਲੈ ਲਓ, ਮੈਂ 100 ਸਾਲ ਦਾ ਇਤਿਹਾਸ ਦੀ ਗੱਲ ਕਰਦਾ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਉਸ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਜੀ, ਫਿਰ ਰਾਜੀਵ ਗਾਂਧੀ ਜੀ, ਫਿਰ ਸੋਨੀਆ ਗਾਂਧੀ ਜੀ, ਹੁਣ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਬਣਾਉਣ ਨੂੰ ਜਿਵੇਂ ਤੁਸੀਂ ਦੱਸਿਆ, ਮਤਲਬ ਕਿ ਇੱਕੋ ਪਰਿਵਾਰ ਦੇ ਵਿੱਚ ਫਸਣ ਕਰਕੇ ਕਾਂਗਰਸ ਪਾਰਟੀ ਦਾ ਇਹ ਵੱਡਾ ਨੁਕਸਾਨ ਆਪਾਂ ਦੇਖ ਰਹੇ ਹਾਂ। ਔਰ ਆਪਣੇ ਦੇਖਦੇ ਦੇਖਦੇ ਤੁਸੀਂ ਦੇਖਿਆ ਕਿ ਇਹ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਪੂਰੇ ਹਿੰਦੁਸਤਾਨ ਦੇ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਔਰ ਜਿਹੜੀਆਂ ਤੁਸੀਂ ਪਿਛਲੇ 5 ਜਿਹੜੀਆਂ ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਨੇ, ਜਾਂ ਇਸ ਤੋਂ ਪਹਿਲਾਂ 5 ਸਟੇਟਾਂ ਦੇ ਵਿੱਚ ਜਦੋਂ ਬੰਗਾਲ ਦੀਆਂ ਚੋਣਾਂ ਹੋ ਰਹੀਆਂ ਉਦੋਂ ਵੀ ਕਾਂਗਰਸ ਦਾ ਬੁਰਾ ਹਾਲ ਹੋ ਗਿਆ ਸੀਗਾ, ਇਹਨਾਂ ਚੋਣਾਂ ਦੇ ਵਿੱਚ ਵੀ ਬੁਰਾ ਹਾਲ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਦਾ ਵੱਡਾ ਕਾਰਨ, ਇੱਕ ਪਹਿਲਾ ਵੱਡਾ ਕਾਰਨ ਹੈ ਪਰਿਵਾਰਵਾਦ ਦਾ ਜਿਹੜਾ ਹੈਗਾ ਇਹਦੇ ਵਿੱਚ ਉਹਦੇ ਵਿੱਚ ਫਸ ਜਾਣਾ। ਦੂਸਰਾ ਹੈ ਕਿ ਇਹਨਾਂ ਕੋਲੇ ਪਰਿਵਾਰਵਾਦ ਜਾਂ ਹਾਈ ਕਮਾਂਡ ਕੋਲੇ ਜਿਹੜਾ ਸਟਰਕਚਰ ਦੀ ਡਿਵੈਲਪਮੈਂਟ ਹੈ, ਯਾਨੀ ਕਿ ਜਥੇਬੰਦਕ ਢਾਂਚਾ ਜਿਹੜਾ ਕਿਸੇ ਵੇਲੇ ਹੁੰਦਾ ਸੀਗਾ ਔਰ ਕਿਸੇ ਵੀ ਪਾਰਟੀ ਦੇ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ, ਉਹ ਇਹਨਾਂ ਕੋਲੇ ਮੌਜੂਦ ਨਹੀਂ ਹੈ ਉਸ ਕਿਸਮ ਦਾ। ਜਿਵੇਂ ਜਿਸ ਤਰ੍ਹਾਂ ਦਾ ਵਿਰੋਧ ਇਹਨਾਂ ਦਾ, ਜਿਸ ਤਰ੍ਹਾਂ ਦੀ ਪਾਰਟੀ ਦੇ ਨਾਲ ਵਿਰੋਧ ਹੈ ਜਥੇਬੰਦਕ ਢਾਂਚੇ ਵਾਲੀ ਪਾਰਟੀ ਬੀਜੇਪੀ ਦੇ ਨਾਲ, ਯਾਨੀ ਕਿ ਉਹ ਇੱਕ ਦੁਨੀਆ ਦੀ ਐਸੀ ਪਾਰਟੀ ਹੈ ਜਿਹੜੀ ਸਭ ਤੋਂ ਵੱਡੀ ਪਾਰਟੀ ਮੰਨੀ ਜਾਂਦੀ ਹੈ ਔਰ ਜਿਹਦੇ ਕੋਲੇ ਜਥੇਬੰਦਕ ਢਾਂਚਾ ਯਾਨੀ ਕਿ ਬੂਥ ਲੈਵਲ ਤੱਕ ਉਹਨਾਂ ਦਾ ਹੈਗਾ। ਤੀਸਰਾ ਵੱਡਾ ਕਾਰਨ ਇਹਨਾਂ ਦਾ ਹਾਰਨ ਦਾ ਹੈ ਅਨੁਸ਼ਾਸਨਹੀਨਤਾ, ਔਰ ਅਨੁਸ਼ਾਸਨਹੀਨਤਾ ਆਪਾਂ ਨੇ ਪੰਜਾਬ ਦੇ ਵਿੱਚ ਵੀ ਦੇਖੀ ਹੈ, ਤੁਸੀਂ ਉਸ ਨੂੰ ਰਾਜਸਥਾਨ ਦੇ ਵਿੱਚ ਵੀ ਦੇਖਿਆ ਹੋਏਗਾ, ਹਰਿਆਣੇ ਦੇ ਵਿੱਚ ਵੀ ਦੇਖਿਆ ਹੋਏਗਾ, ਜਾਂ ਜਿੱਥੇ ਜਿੱਥੇ ਹਾਰ ਰਹੀ ਹੈ ਪਾਰਟੀ ਉੱਥੇ ਅਨੁਸ਼ਾਸਨਹੀਨਤਾ ਦਾ ਮਤਲਬ ਬੇਇੰਤਹਾ ਤੁਹਾਨੂੰ ਦਿਖਾਈ ਦੇਗੀ। ਸੋ ਇਹ ਵੱਡੇ ਕਾਰਨ ਨੇ ਕਿ ਤੀਸਰਾ ਆਪਾਂ ਚੌਥਾ ਵੱਡਾ ਕਾਰਨ ਹੈ ਕਿ ਉਹਨਾਂ ਕੋਲੇ ਨੀਤ ਨਹੀਂ ਹੈ, ਨਾ ਨੀਤੀ ਹੈ ਨਾ ਨੀਤ ਹੈ, ਯਾਨੀ ਕਿ ਜਿੰਨੀ ਦੇਰ ਤੁਹਾਡੇ ਕੋਲੇ ਪਾਲਿਸੀਆਂ ਨਹੀਂ ਹੈਗੀਆਂ ਕਿ ਤੁਸੀਂ ਅੱਜ ਦੇ ਭਾਰਤ ਨੂੰ ਜਾਂ ਅੱਜ ਦੇ ਪੰਜਾਬ ਨੂੰ ਤੁਸੀਂ ਕਿਵੇਂ ਉਹਦੇ ਲਈ ਡਿਵੈਲਪ ਕਰ ਸਕਦੇ ਹੋ, ਕਿਵੇਂ ਉਹਨੂੰ ਅੱਗੇ ਲੈ ਕੇ ਜਾ ਸਕਦੇ ਹੋ। ਤੁਸੀਂ ਦੇਖਿਆ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕੋਸ਼ਿਸ਼ ਕਰ ਰਹੇ ਸੀ ਕਿ ਮੈਂ ਪੰਜਾਬ ਦੇ ਲਈ ਨਵਾਂ ਮਾਡਲ ਲੈ ਕੇ ਆਇਆ, ਪਰ ਹੋਇਆ ਕਿ ਉਸ ਮਾਡਲ ਨੂੰ ਦਰਕਿਨਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਮਾਡਲ ਦੀ ਲੋੜ ਨਹੀਂ ਹੈ, ਸਾਨੂੰ ਦਲਿਤ ਪੱਤਾ ਖੇਡਣ ਦੀ ਲੋੜ ਹੈ। ਉਹਨਾਂ ਨੇ ਚੰਨੀ ਸਾਹਿਬ ਦੇ ਰਾਹੀਂ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਮੇਰਾ ਮਤਲਬ ਕਹਿਣ ਦਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕੋਈ ਧਰਮ ਦਾ ਪੱਤਾ ਖੇਡ ਦਈਏ, ਯਾਨੀ ਕਿ ਜਾਖੜ ਸਾਹਿਬ ਨੂੰ ਅੱਗੇ ਲਈਏ, ਉਹਦੇ ਨਾਲ ਅਸੀਂ ਧਰਮ ਦਾ ਪੱਤਾ ਖੇਡ ਦਾਂਗੇ। ਇਹ ਜਿਹੜੀ ਪਾਲਿਸੀ ਇਹ ਜਿਹੜੀ ਨੀਤੀ ਦੇ ਉੱਤੇ ਚੱਲ ਰਹੀ ਹੈ ਕਾਂਗਰਸ, ਇਹਨਾਂ ਨੀਤੀਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਔਰ ਹੁਣ ਕੋਈ ਮੈਨੂੰ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਮੈਨੂੰ ਇਹ ਲੱਗਦਾ ਹੈ ਕਿ ਚਾਹੇ ਉਹ ਰਾਜਸਥਾਨ ਹੈ ਚਾਹੇ ਉਹ ਛੱਤੀਸਗੜ੍ਹ ਹੈ, ਇਹਨਾਂ 2 ਸਟੇਟਾਂ ਦੇ ਵਿੱਚ ਉਹਨਾਂ ਦੀ ਸੱਤਾ ਹੈ, ਉੱਥੋਂ ਵੀ ਸ਼ਾਇਦ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਚੁੱਕੇ ਨੇ ਰਾਜਸਥਾਨ ਦੇ ਵਿੱਚ ਆਪਾਂ ਦੇਖੀ ਹੈ, ਚਾਹੇ ਪਾਇਲਟ ਦੀ ਗੱਲ ਹੋਵੇ ਚਾਹੇ ਗਲੋਹ ਦੀ ਗੱਲ ਹੋਵੇ, ਉਹਨਾਂ ਦੇ ਵਿੱਚ ਆਪਸੀ ਜਿਹੜੀ ਖਿੱਚੋਤਾਣ ਹੈ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਹੈ ਵੱਧ ਚੁੱਕੀ ਹੈ, ਬਹੁਤ ਸਿਖਰ ਤੇ ਪਹੁੰਚ ਚੁੱਕੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਣੀਆਂ ਨੀਤੀਆਂ ਔਰ ਨੀਤਾਂ ਦੇ ਕਰਕੇ, ਆਪਣੀਆਂ ਜਿਹੜੀਆਂ ਇਹਨਾਂ ਕਮਜ਼ੋਰੀਆਂ ਦੇ ਕਰਕੇ ਕਾਂਗਰਸ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਤਿਹਾਸ ਦਾ ਪੰਨਾ ਬਣ ਕੇ ਰਹਿ ਸਕਦੀ ਹੈ। ਸੁਖਿੰਦਰ ਜੀ ਜੀ ਬਿਲਕੁਲ, ਮੇਰਾ ਆਖਰੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਨਹੀਂ ਕਿ ਪਿੱਛੇ ਜੇ ਕੌਂਸਲਰ ਆਏ ਅੰਮ੍ਰਿਤਸਰੋਂ, ਹੁਣ ਕਹਿੰਦੇ ਜਲੰਧਰ ਦੇ ਕੌਂਸਲਰ ਵੀ ਆਮ ਆਦਮੀ ਪਾਰਟੀ ਵਿੱਚ ਆ ਰਹੇ ਨੇ ਕਾਂਗਰਸ ਦੇ, ਮਤਲਬ ਕਿ ਮੌਕਾ ਪ੍ਰਸਤੀ ਵਾਲੀ ਗੱਲ, ਜਿਨ੍ਹਾਂ ਨੂੰ ਮੌਕਾ ਚਾਹੀਦਾ ਪਹਿਲਾਂ ਪਿਛਲਿਆਂ ਨੇ ਦਿੱਤਾ ਉਹਨਾਂ 'ਚ ਰਹੇ, ਜੇ ਹੁਣ ਇਹ ਮੌਕਾ ਦੇ ਦੇਣਗੇ ਇਹਨਾਂ ਦੇ ਨਾਲ ਆ ਕੇ ਕਹਿਣਗੇ ਜੀ ਅਸੀਂ ਤੁਹਾਨੂੰ ਤਾਕਤ ਦੇਤੀ ਜੀ, ਤੁਹਾਡੇ ਵਿੱਚ ਆ ਗਏ ਜੀ ਤੁਸੀਂ, ਫਿਰ ਸਾਨੂੰ ਫਿਰ ਗੱਲ ਫਿਰ ਉੱਥੇ ਹੀ ਆ ਜਾਣੀ ਹੈ। ਫਿਰ ਲੋਕਾਂ ਨੇ ਕਹਿਣਾ ਫਰਕ ਕੀ ਪਿਆ, ਉਹੀ ਟਿਕਟਾਂ ਉਹਨਾਂ ਨੂੰ ਦੇਤੀਆਂ, ਉਹੀ ਟਿਕਟਾਂ ਇਹਨਾਂ ਨੇ ਦੇਤੀਆਂ। ਜੀ ਸੁਖਿੰਦਰ ਜੀ, ਪਹਿਲੀ ਗੱਲ ਤਾਂ ਤੁਸੀਂ ਜਿਵੇਂ ਕਿਹਾ ਕਿ ਧਿਆਨ ਰੱਖਣ ਦੀ, ਸੁਚੇਤ ਹੋਣ ਦੀ ਤਾਂ ਹਮੇਸ਼ਾ ਹੀ ਲੋੜ ਹੁੰਦੀ ਹੈ ਔਰ ਮੈਨੂੰ ਇਹ ਲੱਗਦਾ ਕਿ ਸੁਚੇਤ ਹੋਣਾ ਵੀ ਪਏਗਾ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮੰਨ ਲਓ ਚਾਹੇ ਲੁਧਿਆਣਾ ਹੈ ਚਾਹੇ ਅੰਮ੍ਰਿਤਸਰ ਦੇ ਜਿਹੜੇ ਪੁਰਾਣੇ ਕਾਂਗਰਸੀ ਨੇ, ਜਾਂ ਇਸ ਤੋਂ ਬਾਅਦ ਬਿਨਾਂ ਵੀ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਪਾਰਟੀਆਂ ਦੇ ਲੋਕ ਨੇ ਉਹ ਵੀ ਸ਼ਾਮਲ ਹੋ ਸਕਦੇ ਨੇ। ਉਹਦਾ ਵੱਡਾ ਕਾਰਨ ਇੱਕ ਤਾਂ ਦੇਖੋ ਇਹ ਹੈ ਕਿ ਸੱਤਾ ਜਿਹਦੇ ਵੱਲ ਸੱਤਾ ਹੁੰਦੀ ਹੈ, ਜਿਹਦੇ ਕੋਲ ਸੱਤਾ ਹੁੰਦੀ ਹੈ, ਉਹਨੇ ਸ਼ਿਫਟ ਉਧਰ ਹੋਣਾ ਹੀ ਹੋਣਾ ਹੁੰਦਾ, ਲੋਕਾਂ ਨੇ ਉਧਰ ਜਾਣਾ ਹੀ ਜਾਣਾ ਹੁੰਦਾ ਹੈ, ਚਾਹੇ ਉਹਨਾਂ ਨੇ ਕਿਸੇ ਨੇ ਵੋਟਾਂ ਨਹੀਂ ਵੀ ਪਾਈਆਂ, ਚਾਹੇ ਕਿਸੇ ਵੇਲੇ ਵਿਰੋਧੀ ਧਿਰ ਦੇ ਵਿੱਚ ਵੀ ਸੀਗੇ, ਉਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿਫਟ ਹੋ ਸਕਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਜਿਹੜੀ ਹੈਗੀ ਆ ਉਹਨਾਂ ਤੋਂ ਬੇਧਿਆਨੀ ਹੋ ਜਾਏਗੀ, ਉਹਨਾਂ ਨੂੰ ਅੱਗੇ ਲਾ ਕੇ ਕੋਈ ਏਦਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਕਿਉਂਕਿ ਪਾਰਟੀ ਨਵੀਂ ਹੈ ਔਰ ਪਾਰਟੀ ਨੇ ਹਜੇ ਜਿਹੜਾ ਹੈਗਾ ਲੋਕਾਂ ਨੂੰ ਨਾਲ ਲੈ ਕੇ ਬਹੁਤ ਸਾਰੇ ਕੰਮ ਕਰਨੇ ਨੇ, ਸੋ ਇਸ ਕਰਕੇ ਜੇਕਰ ਕੋਈ ਚੰਗੇ ਇਨਸਾਨ ਜਾਂ ਚੰਗੇ ਲੀਡਰ ਬਾਕੀ ਪਾਰਟੀਆਂ ਦੇ ਵਿੱਚੋਂ ਆਉਂਦੇ ਨੇ ਔਰ ਉਹਨਾਂ ਨੂੰ ਜ਼ਰੂਰ ਜੀ ਆਇਆਂ ਨੂੰ ਕਹਿਣਾ ਚਾਹੀਦਾ।
ਇਹਦੇ ਨਾਲ ਪਾਰਟੀ ਦਾ ਜਿਹੜਾ ਹੈਗਾ ਬੜਾਓ ਹੁੰਦਾ ਹੈ, ਪਾਰਟੀ ਦੇ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਹਜੇ ਪਾਰਟੀ ਨੇ ਨੈਸ਼ਨਲ ਲੈਵਲ ਦੇ ਤੱਕ ਜਾਣਾ ਹੈ, ਇੱਕ ਪੰਜਾਬ ਦਾ ਮਾਡਲ ਕ੍ਰੀਏਟ ਕਰਨਾ ਹੈ, ਅੱਗੇ ਫੈਲਣਾ ਹੈ। ਔਰ ਅੱਗੇ ਤਾਂ ਹੀ ਫੈਲਿਆ ਜਾਏਗਾ ਕਿ ਜੇ ਚੰਗੇ ਲੀਡਰ ਇਸ ਦੇ ਵਿੱਚ ਆਉਣਗੇ, ਔਰ ਚੰਗੇ ਲੀਡਰ ਤਾਂ ਹੀ ਆ ਸਕਦੇ ਨੇ ਕਿਉਂਕਿ ਜਿਹੜੀਆਂ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ ਹੈ, ਬੀਜੇਪੀ ਹੈ, ਇਹਦਾ ਮਤਲਬ ਇਹ ਨਹੀਂ ਕਿ ਪਾਰਟੀਆਂ ਤਾਂ ਮਾੜੀਆਂ ਹੈਗੀਆਂ, ਇਹਨਾਂ ਦੀ ਨੀਤ ਔਰ ਨੀਤੀਆਂ ਨੇ, ਪਰ ਇਹਨਾਂ ਦੇ ਵਿੱਚ ਚੰਗੇ ਬੰਦੇ ਵੀ, ਚੰਗੇ ਲੀਡਰ ਵੀ ਹੋ ਸਕਦੇ ਨੇ। ਸੋ ਜੇਕਰ ਉਹਨਾਂ ਚੰਗੇ ਲੀਡਰਾਂ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ, ਉਹਨਾਂ ਨੂੰ ਮੌਕਾ ਦੇਵਾਂਗੇ, ਤਾਂ ਇਹਦੇ ਵਿੱਚ ਕੋਈ ਹਰਜ ਨਹੀਂ ਹੈ। ਪਾਰਟੀ ਦੀ ਬੜੋਤਰੀ, ਪਾਰਟੀ ਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੁੰਦਾ, ਔਰ ਇਹੀ ਮੈਨੂੰ ਲੱਗਦਾ, ਇਹੀ ਸੋਚ ਕੇ ਚੰਗੇ ਲੀਡਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਅੰਦਰ ਲਿਆਉਣਾ, ਇਹ ਇੱਕ ਅੱਛੀ ਪਿਰਤ ਪਾਈ ਜਾ ਸਕਦੀ ਹੈ, ਇੱਕ ਚੰਗੀ ਪਿਰਤ ਹੈ, ਕਿਉਂਕਿ ਵੱਡੀ ਲੜਾਈ ਲੜਨੀ ਹੈ। ਤੁਹਾਡੀ ਲੜਾਈ ਆਉਣ ਵਾਲੇ ਦਿਨਾਂ ਦੇ ਵਿੱਚ ਐਮਸੀ ਦੀਆਂ ਇਲੈਕਸ਼ਨ ਆਉਣੀਆਂ ਨੇ, ਪੰਚਾਇਤਾਂ ਦੀਆਂ ਇਲੈਕਸ਼ਨ ਆਉਣੀਆਂ ਨੇ। ਜੇਕਰ ਤੁਸੀਂ ਉਹ ਲੜਾਈ ਫਿਰ ਦੁਬਾਰਾ ਇਹਨਾਂ ਲੀਡਰਾਂ ਦੇ ਨਾਲ, ਇਹਨਾਂ ਰਵਾਇਤੀ ਪਾਰਟੀਆਂ ਦੇ ਨਾਲ ਲੜਨੀ ਹੈ, ਤੁਹਾਨੂੰ ਉਸ ਤਰ੍ਹਾਂ ਦੇ ਐਮਸੀ ਵੀ ਚਾਹੀਦੇ ਨੇ, ਉਸ ਤਰ੍ਹਾਂ ਦੇ ਚੰਗੇ ਮੇਅਰਾਂ ਦੇ ਚਿਹਰੇ ਚਾਹੀਦੇ ਨੇ। ਸੋ ਉਹ ਤਾਂ ਹੀ ਹੋਣਗੇ ਜੇਕਰ ਤੁਸੀਂ ਚੰਗੇ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੋਗੇ, ਔਰ ਉਹ ਸ਼ਾਮਲ ਕਰਨ ਦੀ ਸ਼ੁਰੂਆਤ ਜਿਹੜੀ ਹੈਗੀ ਆ ਕਰ ਦਿੱਤੀ ਗਈ ਹੈ। ਇੱਕ ਚੰਗਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸ਼ਗਨ ਮੰਨਿਆ ਜਾ ਸਕਦਾ ਹੈ। ਸੁਖਵਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।